अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿस्तान। किसान भी भराओ MF 385 ਤੇ ਪਿੱਛੇ जनाब मक्की वाला शैलर ਤੇ ਉਸਤਾਦ को पूछने है कि इसकी कारकर्दगी कैसी है ਤੇ डीजल का खर्चा कितना है ਤੇ रेट शेट ਜਿਹੜਾ ਉਹ ਕੀ ਲੈ ਰਹੇ ਨੇ ਤੇ मकई है जनाब भारिया पिछले साल वाली वो भी दोनों विखाने हैं ਤੇ ਉਹ ਪਿਛਲੇ ਸਾਲ ਵਾਲੀ ਹਾਲੀ ਤੋਂ ਕਿਉਂ ਨਹੀਂ ਵਿਕੀ ਉਹਦੇ ਬਾਰੇ ਤੁਹਾਨੂੰ ਦੱਸਣੇ ਹੈ। ਆਓ ਚਲਿਏ ਟਰੈਕਟਰ ਵੱਲ ਚੱਲਦੇ ਤੇ ਦੋਸਤੋ ਅਲਾਈਨਮੈਂਟ ਜਿਹੜੀ ਹੈ ਸਿੱਧੀ ਕਰਦਾ ਪਿਆ ਉਸਤਾਦ। ਆ ਚੈੱਕ ਕਰੋ, ਪਹਿਲੇ ਹੋਰ ਤਰੀਕੇ ਨਾਲ ਕੀਤੀ ਸੀ ਹੁਣ ਜਨਾਬ ਆ ਮਸ਼ੀਨ ਨੂੰ ਚੁਕਾ ਕੇ ਸਿੱਧਾ ਕੀਤਾ ਹੈ। गर्मी बड़ी है, शाफ्ट जी गर्म हो गई है तो साफे के जरिए जोड़ा शायद भाई इस पकड़ के जोड़ा ना लगवान लगे ने। चल बस बस ओके हो गया। लो अलाइनमेंट होगी सीधी। अस्सलाम वालेकुम जी। वालेकुम की नाम ਤੁਹਾਡਾ? मोहम्मद इकबाल। ਇਹ ਟਰੈਕਟਰ ਕਿਹੜਾ ਮਾਡਲ ਹੈ? 18 ਮਾਡਲ। ਇਹ 85 ਹੈ। ਹਾਂਜੀ। ਅੱਛਾ ਇਹ ਮੈਨੂੰ ਦੱਸੋ ਵੀ ਇਸ ਸ਼ੈਲਰ ਤੇ ਕਿੰਨਾ ਕੁ ਡੀਜ਼ਲ ਪੀ ਜਾਂਦਾ ਹੈ? ਡੀਜ਼ਲ ਪੀ ਜਾਂਦਾ 3 ਲੀਟਰ। 3 ਲੀਟਰ ਕਿੱਲੇ ਤੇ ਪੀ ਜਾਂਦਾ ਹੈ ਤੇ ਜਿਹੜਾ ਛੋਟੇ ਨੂੰ 2 ਲੀਟਰ ਨਹੀਂ ਪੀਂਦੇ? ਹਾਂ 260 2 2.5 ਉਹ ਪੀਂਦੇ ਨੂੰ ਇਹ 3 ਪੀਂਦੇ। ਇਹ 3 ਲੀਟਰ ਪੀ ਜਾਂਦਾ ਹੈ। ਹਾਂਜੀ 85 ਹੈ। ਤੇ कैसा चलता है शैलर ਤੇ? ਠੀਕ ਚੱਲ। ਲੋਡ ਸ਼ੋਡ ਕੋਈ ਲੋੜ ਨਹੀਂ। ਅੱਛਾ ਇਹ ਮਸ਼ੀਨ ਜਿਹੜੀ ਹੈ ਪਿੱਛੇ ਦਾ ਸ਼ੈਲਰ ਹੈ ਇਹ ਵੱਡਾ ਹੈ ਛੋਟਾ ਹੈ ਕਿਹੜਾ ਸਾਈਜ਼ ਹੈ? ਵੱਡਾ ਹੈ, ਵੱਡਾ ਫੁੱਲ ਸਾਈਜ਼ ਹੈ। ਫੁੱਲ ਸਾਈਜ਼ ਹੈ। ਇਹਦੇ ਤੇ ਕਿੰਨੇ ਬੰਦੇ ਹੋਣ ਤੇ ਮਤਲਬ ਕੰਮ ਚੰਗਾ ਚੱਲਦਾ ਹੈ? ਬੰਦੇ ਨਾ 15 16 ਕੰਮ ਦਿੰਦੇ ਨੇ। 15 16 ਬੰਦੇ ਹਾਂਜੀ। ਤੇ ਇੱਕ ਦਿਨ ਚ ਅਗਰ ਲੇਬਰ ਤੁਹਾਡੇ ਕੋਲ 15 16 ਦੀ ਹੋਵੇ ਮਕਈ ਦੇ ਢਿੱਕ ਲੱਗੇ ਪਏ ਹੋਣ ਤੇ ਸਵੇਰ ਤੋਂ ਸ਼ਾਮ ਤੱਕ ਕਿੰਨੇ ਕਿੱਲੇ ਗਾ ਜਾਸੇ? 20 ਕਿੱਲੇ। 20 ਕਿੱਲੇ ਕੱਢ ਜਾਸੇ? ਅਸੀਂ ਇਹਦੇ ਨਾਲ ਕੱਢੀ ਪਈ। ਅੱਛਾ ਹਾਂਜੀ। ਤੇ ਸਾਫ ਸੋਹਣੀ, ਵੈਰੀ ਗੁੱਡ। ਤੇ ਇਹ ਬਾਰੀਆ ਗਾਂ ਦੇ ਪਿਛਲੇ ਸਾਲ ਵਾਲੀ। अच्छा उस्ताद जी मैंने दस भी बारी आप पिछले साल वाली गाँव है। अरे वैसे तो सीजन को नहीं शुरू हुआ ਨਹੀਂ ਜੀ ਕੋਣੀ ਆ। वो किन्ने को दिन बाद शुरू हो जैसी? ਉਹ 20 ਦਿਨ ਪੱਕੇ ਲੱਗ ਜਾਂਦੇ। 20 दिन बाद नवी मकई आ जैसी? ਨਵੀਂ ਮਕਈ। ठीक हो गया। आओ दोस्तों ਤੁਹਾਨੂੰ ਵਿਖਾਣੇ ਜਨਾਬ ਮਕਈ ਜਿਹੜੀ ਪਿਛਲੇ ਸਾਲ ਵਾਲੀ ਪਈ ਹੈ ਤੇ ਵੈਸੇ ਰੇਟ ਕਿੰਨਾ ਚੱਲਦਾ ਪਿਆ ਫੀ ਕਿੱਲੇ ਦਾ? ਫੀ ਰੇਟ ਗਾਈ ਦਾ 2500 ਰੁਪਏ। 2500 ਰੁਪਇਆ ਤੇ ਲੇਬਰ ਸਮੇਤ ਕਿੰਨਾ ਹੈ? ਲੇਬਰ ਸਮਾਜ 5500। 5500 ਰੁਪਇਆ ਕਿੱਲੇ ਦਾ ਹੋ ਗਿਆ ਜੀ। ਤੇ ਆ ਮਸ਼ੀਨ ਵੀ ਜਨਾਬ ਉਹਨਾਂ ਦੀ ਵੱਡੀ ਹੈ ਤੇ ਟਰੈਕਟਰ ਵੀ ਵੱਡਾ ਤੇ ਕਾਰਗਰਦਗੀ ਵੀ ਕਮਾਲ ਦੀ। ਤੇ ਇਹ ਚੈੱਕ ਕਰੋ, ਇਹ ਮਕਈ ਦਾ ਰੇਟ ਸ਼ੁਰੂ ਚ ਪਿਛਲੇ ਸਾਲ ਹੈਗਾ ਸੀ 5000 ਤੇ ਆ ਅੰਦਰ ਜੀ ਇਮਤਿਆਜ਼ ਭਾਈ ਬੈਠੇ ਨੇ, ਇਹਨਾਂ ਨਾਲ ਗੱਲਬਾਤ ਕਰਨੇ। इम्तियाज भाई अस्सलाम वालेकुम। वालेकुम सलाम जी। अच्छा इम्तियाज खान ये पिछले साल वाली मकई है बारिया ते उतों नवी भी आंदी पई है? भी आ गई है। नहीं हाली ड्राइवर कह रहे 20 दिन बाद आवेगी। किधरे लोग हाथ कच्चियां बढ़ाई ਜਾਂਦੇ ਪੱਠਿਆਂ ਵਾਲਿਆਂ ਕੋਲ। अच्छा ठीक हो जी ना चौकी गेतरी आई? ਹਾਂਜੀ ਚੌਕੀ ਗੇਤਰੀ। अच्छा ये मैंने दसो भी ये पिछले साल क्यों नहीं बेची रखी क्यों है? ਇਹ ਪਿਛਲੇ ਸਾਲ ਸਟਾਰਟਿੰਗ ਵਿੱਚ ਰੇਟ ਹੈਗਾ 5000 ਰੁਪਿਆ। अच्छा 5000 ਤੋਂ ਫਿਰ 4000 ਤੇ ਆ ਗਈ, 4000 ਤੋਂ 3500 ਤੇ ਆ ਗਈ, 3500 ਤੋਂ 3000 ਤੇ ਆ ਗਈ। ਜਿਲੇ 3000 ਤੇ ਆ ਗਈ ਤੇ ਸਾਡੇ ਸਰਦਾਰਾਂ ਆਖਾ ਵੀ ਇਹਨੂੰ ਕੋਈ 4 ਦੇ ਰੱਖ ਲੈਣੇ ਕੋਈ ਮਹੀਨਾ ਦੋ ਰੇਟ ਵਾਵਾ ਹੋ ਜਾ ਸੀਗਾ ਤੇ ਵੇਚ ਲੈ ਸਕਦੇ। ਇਹ ਜਿਹਨੂੰ ਮੈਨੂੰ 2200 ਰੁਪਿਆ ਵੀ ਲੱਗਾ, 2500 ਰੁਪਿਆ ਰੇਟ ਵੀ ਲੱਗਾ ਜਾਂਦਾ। अच्छा नहीं बेची? ਤੇ ਨਹੀਂ ਵੇਚੀ। ਐਵੇਂ ਛਲੀਆਂ ਸਮੈਦ ਉਹਨਾਂ ਚੈੱਕ ਕੀਤੀਆਂ ਹਨ ਛਲੀਆਂ, ਉਹਨਾਂ ਆਖਾ ਵੀ ਗਾਓ ਤੇ ਅਸੀਂ 2500 ਨੂੰ ਵੀ ਤੇ 2200 ਨੂੰ ਵੀ ਲੈਨੇ ਆ, ਨਹੀਂ ਦਿੱਤੀ। ਹੁਣ 1500 ਰੁਪਿਆ ਰੇਟ ਹੋ ਗਿਆ ਤੇ ਅਸੀਂ ਹੁਣ ਗਾਉਂਗੇ। ਹੁਣ ਸਾਡੇ ਸਰਦਾਰ ਆਂਦੇ ਨੇ ਵੀ ਹੁਣ ਗਾਹ ਤੇ ਮਗਰੂ ਲਾਈਏ ਬਸ। हाँ तो तू भी नवी मकई आ जा। ਨਵੀਂ ਆ ਗਈ ਹੈ, ਨਵੀਂ ਤਿਆਰ ਹੋਈ। जे अगर मतलब भी उन्होंने गाने तो फिर या ये खराब हुई या वो खराब हुई? ਕੋਈ ਤਾਂ ਖਰਾਬ ਹੋਣੀ ਹੋਣੀ। ठीक हो गया। मतलब भी ਇਹ ਜ਼ਿਮੀਂਦਾਰਾਂ ਨੂੰ ਘਾਟਾ ਹੀ ਹੈ ਜਿਵੇਂ ਕਣਕ ਚ ਪਿਆ ਹੈ। ਜਿਵੇਂ ਕਣਕ ਚੁੱਪਿਆ ਕਣਕ ਤਾਂ ਹੋ ਗਈ ਹੈ ਪਰ ਕਣਕ ਦਾ ਰੇਟ 2500 ਨੂੰ ਹੋਈ ਹੈ, ਹੁਣ ਪਿਆ 2200 ਨੂੰ ਹੋਈ ਕਣਕ। ਅੱਛਾ ਨਹੀਂ ਉਹ ਅਫਵਾਹਾਂ ਹੀ ਹੈਗੀਆਂ ਨੇ। ਕਣਕ ਦਾ ਰੇਟ ਵੈਸੇ 2800
ਤੋਂ ਲੈ ਕੇ 3000 ਚੱਲਦਾ ਪਿਆ। ਨਹੀਂ ਉਹਨਾਂ ਜਿਹੜੇ ਬੰਦੇ ਲੈ ਰਹੇ ਨੇ ਉਹ ਆਦੀ ਮਰਜ਼ੀ ਨਾਲ ਲੈ ਰਹੇ ਨੇ ਨਾ, ਵੀ 2200 ਨੂੰ ਵੀ ਲੈ ਰਹੇ, ਕੋਈ 2400। ਨਹੀਂ 2200 ਦੀ 2500 2400 ਦੇਣ ਵਾਲਾ ਕੋਈ ਨਹੀਂ, ਜ਼ਿਮੀਂਦਾਰ ਕੋ ਤੋਂ ਕਣਕ ਹੈ ਹੀ ਕੋਈ ਨਹੀਂ, ਉਹ ਸਾਰੇ ਵੇਚ ਚੁੱਕੇ ਨੇ। ਉਹ ਵੇਚ ਚੁੱਕੇ ਨੇ, ਕੋਈ 2-4 ਮਣ ਵੇਚਣ ਵਾਲੀ ਹੈ, ਵੀ ਕੋਈ ਮਾੜਾ ਗਰੀਬ ਮੇਰੇ ਰੰਗਾ ਵੇਚਣ ਵਾਲਾ ਹੁੰਦਾ ਹੈ, ਜਾਂ ਕੋਈ ਜ਼ਿਮੀਂਦਾਰ ਮਾੜਾ ਹੁੰਦਾ ਹੈਗਾ ਵੀ ਉਹਦੇ ਕੋਲ ਨਹੀਂ ਦਾਈਆਂ ਲਵਾਈ ਤੇ ਪੈਸੇ ਨਹੀਂ ਹੈਗੇ ਤਾਂ ਉਹਨੇ ਵੇਚਣੀ ਹੈ ਕੁਝ ਦਾ, ਉਹ ਫਿਰ ਰੇੜੀਆਂ ਰੂੜੀਆਂ ਵਾਲੇ ਇਹ ਰੇਟ ਲੈਂਦੇ ਨੇ 2500 24000 ਠੀਕ ਹੋ ਗਿਆ। ਅੱਛਾ ਉਸਤਾਦ ਜੀ, ਜਦੋਂ ਇਹਨੂੰ ਆਪਾਂ ਗਾਵਣੀ ਹੈ ਉਹ ਕਿਹੜੀਆਂ ਗੱਲਾਂ ਦੀ ਸਾਨੂੰ ਮਤਲਬ ਜ਼ਰੂਰਤ ਹੈ ਜਾਂ ਲੋੜ ਹੈ, ਸਾਨੂੰ ਪਤਾ ਹੋਣਾ ਚਾਹੀਦਾ ਵੀ ਤਾਂ ਕਿ ਮਸ਼ੀਨ ਜਿਹੜੀ ਰੁਕੇ ਨਾ ਤੇ ਸਾਰਾ ਦਿਨ ਚੱਲਦੀ ਰਹੇ। ਉਹ ਜੀ ਉਸਤਾਦ ਜੀ ਵਿੱਚ ਤੋੜਾ ਨਹੀਂ ਜਾਣਾ ਚਾਹੀਦਾ। ਅੱਛਾ ਵੱਡਾ ਸੈਲਰ ਹੈ, ਤੋੜਾ ਡਾਇਰੈਕਟ ਵਿੱਚ ਵੱਜਦਾ ਹੈ ਗੁੱਲੀ ਦੇ। ਅੱਛਾ ਤੇ ਜੋ ਤੋੜਾ ਵਿੱਚ ਜਾ ਸੀ ਤੇ ਅੱਧਾ ਘੰਟਾ ਆਪਾਂ ਲੇਟ ਹੋ ਜਾਸੀ ਕੱਢਦੇ ਕੱਢਦੇ, ਮਤਲਬ ਤੋੜਾ ਵਿੱਚ ਫਸ ਜਾਂਦਾ ਹੈ। ਫਸ ਜਾਂਦਾ। ਤੇ ਤੁਸੀਂ ਕਹਿੰਦੇ ਵੀ ਹੱਥ 'ਚ ਰੱਖਣ, ਹਾਂਜੀ ਛਲੀਆਂ ਥੱਲੇ ਜਾਵਣ, ਛਲੀਆਂ ਥੱਲੇ। ਤੋੜਾ ਬੰਦੇ ਦੇ ਹੱਥ 'ਚ ਹੋਵੇ, ਹਾਂਜੀ ਜਿਹੜਾ ਵੀ ਉੱਪਰ ਖੜਾ ਹੋਵੇ। ਉਹ ਛੋਟਾ ਜੱਜੂ ਖਾਨ ਗਿਆ ਖੜਾ ਹੈ, ਆ ਜੀ ਬੰਦਾ ਚੈੱਕ ਕਰ ਲਓ, ਇਹਨੂੰ ਮਸ਼ੀਨ ਦੇ ਉੱਤੇ ਖੁੱਲਵਾ ਦਿੱਤਾ ਹੈ। ਆ ਵੇਖ ਲੈਂਦਾ, ਮਤਲਬ ਇਹਦਾ ਮੂੰਹ ਹੈਗਾ ਇਹ। ਹੁਣ ਇੱਕ ਵਾਰੀ ਇਸ ਨੂੰ ਭਰ ਲਵਣਗੇ ਤੇ ਤੋੜੇ ਖਾਲੀ ਖਾਲੀ ਹੈ ਤੇ ਇੱਕ ਸਾਈਡ ਤੇ ਸੁੱਟੀ ਰੱਖ ਬਸ। ਹੁਣ ਕਿਹੜੇ ਤੁਸੀਂ ਭਰਨੇ ਨੇ? ਤੇ ਇੱਕ ਵਾਰੀ ਫਿਰ ਮੈਂ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ ਵੀ ਇਹ ਇhtiyati ਤਦਾਬੀਰ ਹੈਗੀਆਂ ਨੇ। ਇੱਕ ਤਾਂ ਜਦੋਂ ਤੁਸੀਂ ਟਰੈਕਟਰ ਲਗਾਉਣਾ ਮਸ਼ੀਨ ਦੇ ਅੱਗੇ, ਇਹਦਾ ਜਿਹੜਾ ਗੁੱਲਾ ਹੈ ਸ਼ਾਫਟ ਜਿਹਨੂੰ ਕਹਿੰਦੇ ਨੇ, ਇਹਨੂੰ ਬਿਲਕੁਲ ਸਿੱਧਾ ਲਗਾਉਣਾ ਹੈ। ਇਹ ਜਿਸ ਤਰੀਕੇ ਲੱਗਿਆ ਹੋਇਆ ਹੈ, ਇਹ ਅਗਰ ਡਿੰਗਾ ਲੱਗ ਗਿਆ ਤੇ ਫਿਰ ਇਹ ਕ੍ਰਾਸ ਟੁੱਟ ਸਕਦਾ ਹੈ। ਇਹਨਾਂ ਗੱਲਾਂ ਨੂੰ ਮੱਦੇ ਨਜ਼ਰ ਰੱਖਣਾ ਚਾਹੀਦਾ ਨਵੇਂ ਡਰਾਈਵਰਾਂ ਨੂੰ, ਤੇ ਪੁਰਾਣੇ ਤੇ ਫਿਰ ਐਕਸਪਰਟ ਜੋ ਹੈਗੇ ਨੇ। ਤੇ ਇਹ ਥੋੜੀ ਜਿਹੀ ਜਗ੍ਹਾ ਔਖੀ ਹੈ ਜਿੱਥੇ ਮਤਲਬ ਮਸ਼ੀਨ ਲੱਗਦੀ ਪਈ ਹੈ। ਇਹ ਵੇਖੋ ਜੀ ਮੱਕੀ ਦਾ ਹਾਲ ਕੀ ਵਿੱਚ ਗੱਟੇ ਵੀ ਉੱਭਰਦੇ ਨੇ, ਤੇ ਜਾਂ ਉਹਨੇ ਸੁੱਟੀ ਤੇ ਦਾਣੇ ਉਖੜ ਗਏ ਨੇ। ਮਤਲਬ ਇਹਦਾ ਟਾਈਮ ਜਿਹੜਾ ਹੈ ਨਾ ਓਵਰ ਹੋ ਚੁੱਕਿਆ ਹੈ। ਤੇ ਰੇਟ ਤਾਂ ਨਹੀਂ ਵਧਿਆ, ਬਾਕੀ ਜ਼ਮੀਂਦਾਰਾਂ ਦੀ ਹੁਣ ਮਜਬੂਰੀ ਹੈ ਵੀ ਇਸ ਨੂੰ ਬਿਲੇ ਲਾਉਣਾ, ਕਿਉਂਕਿ ਨਵੀਂ ਜਿਹੜੀ ਮਕਈ ਹੈ ਉਹ ਸਿਰ ਤੇ ਆ ਗਈ ਹੈ। ਤੇ ਮਸ਼ੀਨ ਦਾ ਜਿਹੜਾ ਖਾਨਾ ਹੈ ਇਹ ਭਰ ਲੈਣਾ ਚਾਹੀਦਾ ਹੈ। ਤੇ ਜਦੋਂ ਬਰੀਕ ਗਿਆ ਤੇ ਫਿਰ ਤੁਸੀਂ ਜਨਾਬ ਨਾ ਸੱਜਿਆ ਹੀ ਤੋੜੇ ਪਾਈ ਰੱਖਣੇ ਨੇ। ਤੇ ਮੈਂ ਉਸਤਾਦ ਤੋਂ ਪੁੱਛ ਲਵਾਂ ਵੀ ਰੇਸ ਕਿੰਨੀ ਤੇ ਚਲਾਣੀ ਹੈ। ਉਸਤਾਦ ਜੀ ਇਹਨੂੰ ਕਿੰਨੇ ਰੇਸ ਤੇ ਚਲਾਉਣਾ ਹੈ? 14-15 ਤੇ 1400 1500 ਤੇ 14 ਤੇ ਸੈਲਰ ਅੱਗੇ ਸ਼ੈਲਰ ਚੱਲਦਾ ਹੈ। ਹਾਂਜੀ ਠੀਕ ਹੋ ਗਿਆ। 1400 ਦੀ ਰੇਸ ਦੇਣੀ ਹੈ ਬਾਈ। 1400 ਦੇ ਨਹੀਂ ਨੇੜੇ 14 ਰੁਪਏ। ਇਹ 1400 ਹੀ ਹੁੰਦਾ ਹੈ। ਇਹ 14 ਨੰਬਰ ਜਿਹੜਾ 1400 ਹੀ ਗਿਣਦਾ ਹੈ। ਤੇ 1400 ਆਰਪੀਐਮ ਜਿਹੜੇ ਨੇ ਉਹ 1400 ਹੋਣੇ ਚਾਹੀਦੇ ਨੇ। 1300 1400 ਬਲਕਿ ਫਿਰ ਵੀ ਮਾਮਲਾ ਜਾਂਦਾ ਲੇਬਰ ਤੇ। ਅਗਰ ਲੇਬਰ ਪੂਰੀ ਹੈ ਤਾਂ ਫਿਰ ਇਹ ਕੰਮ ਵਧੀਆ ਹੈ, ਅਗਰ ਲੇਬਰ ਥੋੜੀ ਹੈ ਤਾਂ ਫਿਰ ਟਰੈਕਟਰ ਨੂੰ ਬਾਰ-ਬਾਰ ਰੋਕਣਾ ਪਵੇਗਾ। ਤੇ ਲੇਕਿਨ ਅੱਜ ਜਿਹੜਾ ਛੋਰ ਚੰਗੇ ਤਕੜੇ ਨੇ ਜਿਨ੍ਹਾਂ ਇਹ ਗਾਵਣੀ ਹੈ, ਤੇ ਉਮੀਦ ਹੈ ਵੀ ਇਹਦਾ ਗਾਲਾ ਜਿਹੜਾ ਹੈ ਉਹ ਨਹੀਂ ਟੁੱਟਣ ਦੇਣਗੇ। ਮਸ਼ੀਨ ਥੋੜੀ ਉੱਚੀ ਹੈ ਤੇ ਇਹ ਦੋ ਤੋੜੇ ਜਿਹੜੇ ਨੇ ਇਹ ਥੱਲੇ ਰੱਖਦੇ ਪਏ ਨੇ। ਜਿਸ ਤਰੀਕੇ ਪੱਲੇਦਾਰ ਟਰਾਲੇ ਦੇ ਅਗਰ ਲੋਡਿੰਗ ਕਰਦੇ ਨੇ ਤਾਂ ਫੱਟੇ ਦੇ ਥੱਲੇ ਇੱਕ ਬੋਰੀ ਰੱਖ ਲੈਂਦੇ ਨੇ ਵੀ ਆਸਾਨੀ ਨਾਲ ਉੱਪਰ ਤੋੜੇ ਪਹੁੰਚਾਏ ਜਾਵਣ। ਤੇ ਇਹ ਜਨਾਬ ਤੋੜੇ ਥੱਲੇ ਰੱਖ ਦਿੱਤੇ ਨੇ, ਇੱਥੋਂ ਆਰਾਮ ਨਾਲ ਚੁੱਕੇ ਜਾਵਣਗੇ। ਬਿਸਮਿल्लाह हो गई जनाब, शुरू करते पे ने। चलो बाजिया ट्रैक्टर ये की हो गया, ਕੀ ਮਸਲਾ ਬਣ ਗਿਆ? ਛੱਲੀ ਫਸ ਗਈ। ਮੈਂ ਥੋੜਾ ਇਹਨੂੰ ਕੋਈ ਵਾਟਰ ਚੜਾ ਲੈ ਵਾਟਰ ਨੂੰ ਲਓ ਜੀ ਲਾਕ ਹੋ ਗਈ ਮਸ਼ੀਨ ਤੇ ਇਹ ਨਵੇਂ ਹੁਣ ਖਾਲੀ ਕਰਨੀ ਪੈ ਜਾਵੇ।
ਦੁਬਾਰਾ ਜੀ ਟਰਾਈ। ਚੀਜ਼ ਵਿੱਚ ਫਸ ਗਈ ਹੈਗੀ ਆ ਤੇ ਮਸ਼ੀਨ ਗੇੜਨੇ ਟਰੈਕਟਰ ਇਹਦੇ ਵਿੱਚ ਮਕਈ ਫਸੀ ਹੋਣੀ, ਹੋਰ ਕੁਝ ਨਹੀਂ ਛੱਲੀ ਪਤਾ। ਛੁੱਲੀ ਐਵੇਂ ਨਾ ਵੀ ਕੋਈ ਛੱਲੀ ਛੁੱਲੀ ਸਾਈਡ ਲੱਗਾ ਐਡਾ ਵੱਡਾ ਟਰੈਕਟਰ ਹੈ, ਹੱਥ ਖੜੇ ਹੋ ਗਏ ਹੁਣ। ਹੱਥ ਖੜੇ ਹੋ ਗਏ ਧੂ ਮਾਰਦਾ ਪਿਆ ਬੰਦ ਹੋ ਜਾਂਦਾ। ਇਹ ਅਸਲ ਤਾਂ ਪਹਿਲੇ ਚੈੱਕ ਕਰ ਲੈਣੀ ਚਾਹੀਦੀ ਸੀ। ਹੌਲੀਆਂ ਛੱਲੀਆਂ ਕਰਨੀਆਂ ਪੈ ਜਾਂਦੀ ਪਈਆਂ ਨੇ, ਤੇ ਉਹਦੇ ਵਿੱਚ ਕੋਈ ਸ਼ਾਫਟ ਵਿੱਚ ਕੋਈ ਜਣਾ ਦਾ ਇਸਤੇਮਾਲ ਕਰਕੇ ਵੇਖੋ ਜੇ ਫੇਰ ਹੀ ਜਾਵੇ ਤਾਂ। ਆਪਾਂ ਟਰੈਕਟਰ ਨਾਲ ਕਰਨੇ ਹੈਗੇ ਤਾਂ ਫਿਰ ਵੀ ਸਕਦੀ ਹੈ ਨਾ ਬੰਦੇ ਦਿੰਦਾ। ਨਹੀਂ ਨਹੀਂ, ਉਹ ਟਰੈਕਟਰ ਨੂੰ ਬੰਦ ਕਰੇ ਨਾ। ਅਬੈਸ ਜਿਹੜਾ ਹੈ ਉਹ ਐਮਬੀਬੀਐਸ ਡਾਕਟਰ ਤਰ੍ਹਾਂ ਵੇਖਦਾ ਵੀ ਹੈ, ਵੀ ਜਿਵੇਂ ਆਪਰੇਸ਼ਨ ਕਰਨਾ ਸੂ। ਕੀ ਅਸੂ ਸੱਬਲ ਕਿੱਥੇ ਸੱਬਲ ਨਜ਼ਰ ਆ ਗਈ ਹੈ। ਤੇ ਦੋਸਤੋ ਸੱਬਲ ਨਾਲ ਮਸ਼ੀਨ ਨੂੰ ਪਿੱਛੇ ਆਓ, ਅਗਲੀ ਸਾਈਡ ਤੇ ਲਗਾਓ। ਹਾਂ ਅਗਲੀ ਸਾਈਡ ਤੇ ਲਗਾ इधर खुली जगह इधर। निकल भी कुछ शायद आ गई। अच्छा दो तीन जने जोर लाओ सर। गियर तो निकला ट्रैक्टर का की चूहा हो सकता फिर अल्लाह ताला उन्हें बचाव होवे। फिरदी भी नहीं पई भाई। ਲਓ ਜੀ ਹੁਣ ਇਹਦੇ ਵਿੱਚ ਇੱਕ ਕਹਿੰਦੇ ਪਏ ਨੇ ਚੱਲੀ ਨਹੀਂ ਚੂਹੀ ਹੈਗੀ ਹੈ, ਤੇ ਉਹ ਜੱਜੂ ਚੂਹੀ ਨੂੰ ਪਕੜੂ ਹੈ ਤਾਂ ਕਿ ਉਹਨੂੰ ਰੈਸਕਿਊ ਕੀਤਾ ਜਾਵੇ। ਹੁਣ ਮਸ਼ੀਨ ਵੀ ਚੱਲ ਜਾ ਸੀਗੀ। ਹਾਂ ਅੱਲਾਹ ਤਾਲਾ ਬਚਾ ਲ ਗਿਆ ਭਾਈ। ਕਰਦੀ ਵੀ ਕਰੇਗੀ ਸ਼ਾਫਟ। सफाई कर रही है जनाब मुकम्मल। फिर चलान लगे ਲਓ ਜੀ 6 ਮਹੀਨਿਆਂ ਦੀ ਬੰਦ ਪਈ ਜਿਹੜੀ ਹੈ ਮਸ਼ੀਨ ਉਹ ਖੁੱਲ ਗਈ ਹੈ, ਤੇ ਦੁਬਾਰਾ ਜੀ ਹੁਣ ਸ਼ੈਲਰ ਨੂੰ ਭਰਦੇ ਪਏ ਨੇ। ਤੇ ਇਹ 6 ਮਹੀਨੇ ਬੰਦ ਪਿਆ ਰਿਹਾ ਜਿਹਦੀ ਵਜ੍ਹਾ ਨਾਲ ਜਾਮ ਹੋ ਗਿਆ। ਅਗਰ ਇਹਨੂੰ ਸਾਫ਼ ਕਰਕੇ ਰੱਖਿਆ ਜਾਂਦਾ ਤੇ ਫਿਰ ਇਸ ਤਰ੍ਹਾਂ ਜਿਹੜਾ ਮਾਮਲਾ ਨਹੀਂ ਹੋਣਾ ਸੀ। ਹੋ ਸਕਦਾ ਬਾਹਰ ਪਿਆ ਰਿਹਾ ਹੋਵੇ ਤੇ ਇਹਦੇ ਵਿੱਚ ਬਾਰਿਸ਼ ਬੁਰਿਸ਼ ਆ ਗਈ ਹੋਵੇ, ਤੇ ਬਹਰਹਾਲ ਜਾਮ ਨਿਕਲ ਗਿਆ ਦੋਸਤੋ। ਹੁਣ ਦੁਬਾਰਾ ਤੋਂ ਭਰਾਈ ਸ਼ੁਰੂ ਕਰਦੇ ਪਏ ਨੇ। ट्रैक्टर ਤੇ ਸ਼ੈਲਰ ਕਿਰਾਏ ਤੇ ਆਇਆ ਹੈ, ਤੇ ਕਿਰਾਇਆ ਫਿਰ ਦੋਨੋਂ ਕੇ ਦੱਸ ਦਿੱਤਾ ਡਰਾਈਵਰ ਨੇ। ਹੁਣ ਆਪਾਂ ਇਹਦੀ ਪਰਫਾਰਮੈਂਸ ਵੇਖਨੇ ਫੁੱਲ ਕਰ ਲੈਂਦੇ ਨੇ। ਲਓ ਜੀ ਫੁੱਲ ਹੋ ਗਈ ਮਾਸ਼ਾਅੱਲਾ। ਤੇ
ਹੁਣ ਉਸਤਾਦ ਜਿਹੜਾ ਹੈ ਕਰਨ ਲੱਗਾ ਜੇ ਸਟਾਰਟ। ਤੇ 3 ਬੰਦੇ ਜਿਹੜੇ ਨੇ ਅੰਦਰੋਂ ਲਿਆਉਣਗੇ ਸਟੋਰ ਤੋਂ ਚੁੱਕ ਕੇ ਮਸ਼ੀਨ ਤੱਕ। ਇੱਕ ਬੰਦਾ ਉੱਪਰ ਮਸ਼ੀਨ ਤੇ ਖੜਾ ਹੈ। मैंने तो याद गड्ढा बड़ा है, बहुत ही गड्ढा है। हो सकता जी फिर चढ़ते धूड़ निकली पई है, इस वजह बोरी थोड़ी ला देंगे बेहतर कर। अल्लाह हाफिज़, पाकिस्तान जिंदाबाद।